अस्सलाम वालेकुम, मैं हूं फराज निजाम और आप देख रहे हैं उर्दू पॉइंट। हम इस वक्त बाटापुर के इलाके में मौजूद हैं, जहां पर अफसोसनाक वाकया पेश आया। 18 साला बुरहान को नामालूम अफराद ने गोलियां मारकर कत्ल कर दिया। हम इस वक्त मकतूल बुरहान के घर पर मौजूद हैं। बुरहान अपने बड़े भाई जुहेब और अपनी वालिदा आसमा बीबी के हमरा अपने रिश्तेदारों से मिलकर वापस अपने घर आ रहा था कि इसी दौरान इनकी मोटरसाइकिल पंचर हो गई। और जब बड़ा भाई जुएब और वालदा कुछ करीब ही मोटरसाइकिल को पंचर लगाने गए हैं, तो बुरहान उस जगह पर ही मौजूद था। वापिस आए हैं तो बुरहान का कुछ पता नहीं चला। और बुरहान के हवाले से अब ये पता चला कि बुरहान को नामालूम अफराद ने गोलियां मारकर कत्ल कर दिया है। हम जो बुरहान की वालदा हैं आसमा बीबी, उनसे जानते हैं कि सारा वाकया कैसे पेश आया था, ये कौन लोग हैं जिन्होंने बुरहान को कत्ल किया और क्या वजह बनी कत्ल की। आसमा बीबी, आप ये बताइएगा कि मकतूल बुरहान के साथ आप मौजूद थी, बेटे के साथ कहाँ गई थी, कहाँ से वापस आ रही थी? ਅਸੀਂ ਆਪਣੇ ਰਿਸ਼ਤੇਦਾਰਾਂ ਕੋਲ ਗਏ ਸਨ ਲੋਰ ਤਰਫ ਮਨਿਆਲੇ ਤੋਂ ਅਸੀਂ ਵਾਪਸ ਆ ਰਹੇ ਹਾਂ ਨਾਲ ਮੇਰਾ ਵੱਡਾ ਬੇਟਾ ਵੀ ਬਰਹਾਨ ਮੇਰੇ ਨਾਲ ਹੈ ਅਸੀਂ ਆ ਰਹੇ ਹਾਂ ਅੱਗੇ ਆ ਕੇ ਸਾਡੀ ਗੱਡੀ ਪੈਂਚਰ ਹੋ ਗਈ ਹੈ ਕਿਤੇ ਮੇਰੇ ਬੱਚੇ ਨੂੰ ਕੀਤਾ ਉਸ ਤੋਂ ਅੱਗੇ ਆ ਕੇ ਤੁਸੀਂ ਇੱਕ ਹੀ ਮੋਟਰਸਾਈਕਲ ਸੇ तीनों सी, ਤੁਹਾਡਾ ਵੱਡਾ ਮੁੰਡਾ ਵੀ ਜ਼ੁਏਬ ਵੀ? ਹਾਂਜੀ ਵੱਡਾ ਵੀ ਸੀ ਤੇ ਛੋਟਾ ਵੀ ਸੀ ਬਰਹਾਨ ਉੱਤਰ ਕੇ ਖੜਾ ਹੋਇਆ ਕਹਿ ਰਿਹਾ ਤੁਸੀਂ ਅੱਗੋਂ ਪੈਂਚਰ ਲਵਾਓ ਮੈਂ ਖੜਾ ਹੁੰਨਾ ਇੱਥੇ ਉਹ ਖੜਾ ਹੋਇਆ ਅਸੀਂ ਪੈਂਚਰ ਲਵਾਉਣ ਗਏ ਆ ਅੱਗੋਂ ਮੇਰਾ ਦਿਮਾਗ ਵੀ ਮੈਨੂੰ ਮਿਲ ਗਿਆ ਕਹਿ ਰਹੇ ਤੁਸੀਂ ਇਸ ਟਾਈਮ ਮੈਂ ਘਰ ਆ ਰਿਹਾ ਮੈਂ ਕਿਹਾ ਅਸੀਂ ਇੱਥੇ ਗਏ ਸੀ ਗੱਡੀ ਪੈਂਚਰ ਹੋ ਗਈ ਅਸੀਂ ਪੈਂਚਰ ਲਵਾਇਆ ਹੈ ਅਸੀਂ ਕਿਤੋਂ ਵਾਪਸ ਗਏ ਆ ਬਰਹਾਨ ਉੱਥੇ ਨਹੀਂ ਆਪਣੀ ਜਗ੍ਹਾ ਜਿੱਥੇ ਬੁਰਹਾਨ ਨੂੰ ਛੱਡਿਆ ਸੀ ਤੁਸੀਂ? ਉੱਥੇ ਨਹੀਂ ਹੈਗਾ ਅਸੀਂ ਪਰੇਸ਼ਾਨ ਹੋ ਗਿਆ ਲੱਭਣਾ ਸ਼ੁਰੂ ਕਰ ਦਿੱਤਾ ਕੁਛ ਬਸ ਚੀਕਾਂ ਦੀ ਰੋਲੇ ਦੀ ਆਵਾਜ਼ ਆਈ ਹੈ ਅਸੀਂ ਦੌੜ ਲਾਤੀ ਉਧਰ ਲੱਭਣ ਵਾਸਤੇ ਕੁਛ ਲੋਕ ਸਨ ਉਹਨੂੰ ਹੱਥੋਂ ਪਾਈ ਹੋਏ ਸਾਨੂੰ ਦੇ ਤਿੰਨ ਜਿੰਨੇ ਸਨ ਇਹ ਇਕੱਲਾ ਸੀ ਫਿਰ ਸਾਨੂੰ ਚੀਕਾਂ ਦੀ ਆਵਾਜ਼ ਆਈ ਅਸੀਂ ਛੁਡਾਉਣਾ ਸ਼ੁਰੂ ਕੀਤਾ ਹੈ ਅਸੀਂ ਛਡਾਉਂਦੇ ਉਹਨਾਂ ਨੇ ਸਾਨੂੰ ਵੇਖਦਿਆਂ ਮੇਰੇ ਬੱਚੇ ਨੂੰ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਖੂਨੋਂ ਲੱਤੋਂ ਪੱਤ ਕਰਕੇ ਸੁੱਟ ਦਿੱਤਾ ਹੈ ਅਸੀਂ ਜਦੋਂ ਉਹਨਾਂ ਨੂੰ ਫੜਨੇ ਪਏ ਅਸੀਂ ਆਪਣੇ ਬੱਚਾ ਕਿਦੋਂ ਫੜਨ ਲੱਗੇ ਉਹ ਨੱਸ ਗਏ ਉਹ ਕਿਦੇ ਉੱਤੇ ਸੀ ਮੁਲਜ਼ਮਾਨ? ਹਾਂਜੀ ਉਹ ਵੀ ਮੋਟਰਸਾਈਕਲ ਤੇ ਸੀ ਮੋਟਰਸਾਈਕਲ ਦੇ, ਇੱਕ ਹੀ ਮੋਟਰਸਾਈਕਲ ਤੇ? ਹਾਂਜੀ ਉਹ ਕਿਦੋਂ ਉਹ ਵੀ ਭੱਜ ਗਏ ਨਾ ਅਸੀਂ ਆਪਣਾ ਬੱਚਾ ਚੁੱਕਿਆ ਸਾਡਾ ਬੱਚਾ ਸਾਡੇ ਹੱਥਾਂ ਦੇ ਵਿੱਚ ਹੀ ਖਤਮ ਹੋ ਗਿਆ ਤੇ ਜਦੋਂ ਤੁਸੀਂ ਬੁਰਹਾਨ ਨੂੰ ਜਿਸ ਜਗ੍ਹਾ ਤੇ ਛੱਡ ਕੇ ਗਏ ਹੋ, ਕਿੰਨੀ ਦੇਰ ਲੱਗੀ ਸੀ ਪੈਂਚਰ ਲਗਾਉਣ? ਲੱਗਣਾ ਉਹਨਾਂ ਕੋਈ ਕਿੰਨਾ ਕੁ ਟਾਈਮ ਲੱਗਾ ਹੋਣਾ 15 ਮਿੰਟ ਲੱਗ ਗਏ ਹੋਣੇ। ਕਿੰਨਾ ਕੁ ਲੱਗ ਗਿਆ ਪੈਂਚਰ ਦੇ 10-15 ਮਿੰਟ ਲੱਗ ਜਾਂਦੇ ਨੇ। ਜਦੋਂ ਵਾਪਸ ਗਏ ਤੇ ਸਾਡਾ ਕੰਮ ਹੋਇਆ ਪਿਆ, ਬੱਚਾ ਹੈ ਹੀ ਨਹੀਂ ਸਾਡਾ। ਤੇ ਉੱਥੇ ਫਿਰ ਤੁਸੀਂ ਸਭ ਤੋਂ ਪਹਿਲੇ ਕਿਹਨੂੰ ਇਤਲਾਹ ਦੀ, ਕੀ ਕੀਤਾ ਉੱਥੇ? ਬਸ ਉੱਤੇ ਸਿਰ ਹੋਣਾ ਬੇਟਾ ਸਾਨੂੰ ਸਮਝ ਹੀ ਨਹੀਂ ਆਈ ਕੀ ਬਣੀ ਸਾਡੇ ਨਾਲ ਅਸੀਂ ਇੰਝ ਉੱਥੇ ਘੁੰਮਦੇ ਬੇਹੋਸ਼ ਹੋ ਕੇ ਸਮਝ ਹੀ ਨਹੀਂ ਸਮਝੋ ਬਾਹਰ ਹੀ ਹੋਈ ਸਾਡੇ ਨਾਲ ਬਣੀ ਕੀ ਤੇ ਕੀ ਲੱਗਦਾ ਕਿੰਨੇ ਮਾਰਿਆ, ਕੁਝ ਪਤਾ ਚੱਲਿਆ? ਤੁਸੀਂ ਮਦਈ ਮੁਕੱਦਮਾ ਵੀ ਹੈਗੇ ਹੋ? ਹਾਂਜੀ ਨਹੀਂ ਪਤਾ ਚੱਲ ਰਿਹਾ ਇਹ ਤੁਹਾਨੂੰ ਪਤਾ ਲਵਾ ਕੇ ਦੱਸੋ ਨਾ ਸਾਡਾ ਇਨਸਾਫ ਕਰੋ ਜੇ ਸਾਡੇ ਨਾਲ ਇੰਝ ਪੁੱਛ ਰਹੇ ਤਾਂ ਸਾਡੇ ਨਾਲ ਇਨਸਾਫ ਕਰਾਓ ਪਤਾ ਕਰਾਓ ਸਾਨੂੰ ਕਿਸੇ ਦੇ ਨਾਲ ਤੁਹਾਡੀ ਕੋਈ ਦੁਸ਼ਮਣੀ ਵਗੈਰਾ, ਕੋਈ ਬੁਰਹਾਨ ਦੀ? ਬਰਹਾਨ ਦੀ ਵੀ ਕਿਸੇ ਨਾਲ ਦੁਸ਼ਮਣੀ ਨਹੀਂ ਕੁਛ ਵੀ ਨਹੀਂ ਸਾਡੇ ਨਾਲ ਕਿਸੇ ਨਾਲ ਨਾ ਕੋਈ ਲੜਾਈ ਹੈ ਨਾ ਕੋਈ ਦੁਸ਼ਮਣੀ ਹੈ ਮਾਸੂਮ ਬੱਚਾ ਸੀ 18 ਸਾਲ ਦਾ ਵੀ ਨਹੀਂ ਇਹ ਪੂਰਾ ਸੀ ਬੱਚਾ ਤੇ ਆ ਸੀ ਉਹ ਕਿਹੜਾ ਵੱਡਾ ਸੀ ਕਿ ਉਹਦੀ ਦੁਸ਼ਮਣੀ ਪੈਣੀ ਸੀ ਤੇ ਸਾਡੀ ਵਜ੍ਹਾ ਨਾਲ ਹੀ ਪੈਣੀ ਸੀ ਮੇਰੇ ਬੱਚਾ ਬੇਗੁਨਾਹ ਸੀ ਕਿਸੇ ਨੇ ਉਹਦੇ ਨਾਲ ਉਂਝੀ ਜ਼ੁਲਮ ਕਮਾਇਆ ਤੇ ਮੈਨੂੰ ਉਹਦਾ ਇਨਸਾਫ ਚਾਹੀਦਾ ਆਪਣੇ ਬੱਚੇ ਦਾ ਮੇਰੇ ਬੱਚੇ ਦਾ ਇਨਸਾਫ ਦੋ ਕਰਕੇ ਤੇ ਤੁਸੀਂ ਜਦੋਂ ਆਏ ਹੋ ਉੱਥੇ ਲੜਾਈ ਹੋ ਰਹੀ ਸੀ ਆਪਸ ਵਿੱਚ, ਜੋ ਵੀ ਤਲ ਕਲਾਮੀ ਹੋ ਰਹੀ ਸੀ, ਪੁੱਛਿਆ ਨਹੀਂ ਕਿ ਕਿਉਂ ਲੜੇ ਹੋ, ਕੀ ਵਜ੍ਹਾ ਬਣੀ? ਉਹਨਾਂ ਨੇ ਫੌਰਨ ਸਾਨੂੰ ਵੇਖਦੇ ਆਪਣਾ ਕੰਮ ਸ਼ੁਰੂ ਮੌਕਾ ਹੀ ਨਹੀਂ ਦਿੱਤਾ ਉਹਨਾਂ ਨੇ ਆਪਣਾ ਕੰਮ ਹੀ ਸ਼ੁਰੂ ਕਰਤਾ ਮਾਰਨਾ ਹੀ ਸ਼ੁਰੂ ਕਰ ਦਿੱਤਾ ਚੀਜ਼ ਤੇ ਨਹੀਂ ਉਹਦੀ ਲੈ ਕੇ ਗਏ? ਕੋਈ ਪਰਸ, ਮੋਬਾਈਲ ਸ਼ੋਬਾਈਲ, ਇਹ ਚੀਜ਼ਾਂ ਤੇ ਨਹੀਂ ਲੈ ਕੇ ਗਏ? ਨਹੀਂ ਇਹ ਦੋ ਮੋਬਾਈਲ ਸਨ ਇੱਕ ਪੁਲਿਸ ਵਾਲੇ ਕੋਲੇ ਇੱਕ ਮੋਬਾਈਲ ਉਹ ਛੋਟਾ ਔਰ ਸਾਨੂੰ ਲੱਭਿਆ ਨਹੀਂ ਪਤਾ ਨਹੀਂ ਉਹ ਕਿੱਥੇ ਕਿੱਥੇ ਮੋਬਾਈਲ ਨਹੀਂ ਲੱਭਿਆ? ਹਾਂਜੀ ਬਟਨਾਂ ਵਾਲਾ ਨਹੀਂ ਲੱਭਿਆ ਇੱਕ ਲੱਭ ਗਿਆ ਕਿਹੜਾ ਛੋਟਾ ਟੈਚ ਵਾਲਾ ਸੀ ਪਤਾ ਨਹੀਂ ਉਹ ਨਹੀਂ ਉੱਥੋਂ ਲੱਭਾ ਸਾਨੂੰ ਤੁਸੀਂ ਵਾਲਿਦ ਹੈਗੇ ਹੋ? ਹਾਂਜੀ, ਕੀ ਨਾਂ ਹੈ ਤੁਹਾਡਾ? ਤਨਵੀਰ ਸਿੰਘ। ਇਹ ਦੱਸੋ ਤੁਹਾਡੇ ਕਿੰਨੇ ਬੱਚੇ ਨੇ, ਤੇ ਕੋਈ ਤੁਹਾਡੀ ਕਿਸੇ ਦੇ ਨਾਲ ਕਦੀ ਦੁਸ਼ਮਣੀ, ਕੋਈ ਲੜਾਈ ਝਗੜਾ? ਨਹੀਂ ਜੀ, ਸਾਡੇ ਨਾਲ ਕਿਸੇ ਨਾਲ ਦੁਸ਼ਮਣੀ ਨਹੀਂ, ਕਿਸੇ ਨਾਲ ਲੜਾਈ ਝਗੜਾ ਨਹੀਂ। ਤਿੰਨ ਮੇਰੇ ਬੇਟੇ, ਇੱਕ ਮੇਰੀ ਬੇਟੀ ਹੈ। ਕਿਸੇ ਨਾਲ ਦੁਸ਼ਮਣੀ ਨਹੀਂ ਜੀ ਸਾਡੀ। ਆਪਣੀ ਮਜ਼ਦੂਰੀ ਕਰਨੇ ਆ ਤੇ ਬੱਚਿਆਂ ਦੇ ਘਰ ਆਣ ਕੇ ਬਹਿ ਕੇ ਖਾਣੇ ਆ। ਕਦੀ ਤੁਹਾਡੀ ਕਿਸੇ ਨਾਲ ਲੜਾਈ ਹੋਈ ਬੱਚਿਆਂ ਦੀ? ਕਿਸੇ ਦੇ ਨਾਲ ਵੀ ਲੜਾਈ ਨਹੀਂ ਜੀ। ਕਿਸੇ ਮਹੱਲੇਦਾਰ ਨੂੰ ਪੁੱਛ ਲਓ ਕਿ ਜਿਹਨੂੰ ਮਰਜ਼ੀ, ਸਾਡੇ ਕਿਸੇ ਨਾਲ ਦੁਸ਼ਮਣੀ ਨਹੀਂ ਸ਼ੁਰੂ ਤੋਂ ਲੈ ਕੇ ਹੁਣ ਤੱਕ। ਤੇ ਕਿੰਨੀ ਕੋ ਗੋਲੀਆਂ, ਪੁਲਿਸ ਨੇ ਕੀ ਦੱਸਿਆ ਕਿੰਨੀ ਗੋਲੀਆਂ ਮਾਰੀਆਂ ਨੇ? ਗੋਲੀਆਂ ਦੇ ਉਹਨਾਂ ਦੇ 6-7 ਫਾਇਰ ਲੱਗੇ ਨੇ। ਤੇ 7 ਫਾਇਰ ਮਾਰੇ ਨੇ? 6-7 ਫਾਇਰ ਲੱਗੇ। ਤੇ ਮਾਜੀ ਇੱਕ ਬੰਦੇ ਦੇ ਮੁਲਜ਼ਮ ਦੇ ਕੋਲ ਪਿਸਟਲ ਸੀ ਕਿ ਤਿੰਨਾਂ ਦੇ ਕੋਲ? ਨਹੀਂ ਆਈ ਕਿ ਆਪਣੇ ਬੱਚੇ ਨੂੰ ਵੇਖਿਆ ਮੈਨੂੰ ਸਮਝ ਨਹੀਂ ਆਈ ਜਦੋਂ ਆਪਣੇ ਬੱਚੇ ਨੂੰ ਵੇਖਿਆ ਖੂਨ ਨਾਲ ਵੀ ਮੈਨੂੰ ਨਹੀਂ ਸਮਝ ਆਈ ਕੀ ਨਹੀਂ ਤੇ ਹੁਣ ਕੋਈ ਦੱਸਿਆ ਪੁਲਿਸ ਨੇ, ਕੋਈ ਪਤਾ ਚੱਲਿਆ ਕਿ ਕੌਣ ਸੀ, ਕਿੱਥੇ ਨੱਸੇ ਨੇ, ਕਿਧਰੋਂ ਆ ਰਹੇ ਸੀ? ਅਜੇ ਕੁਝ ਪਤਾ ਨਹੀਂ ਚੱਲਦਾ।
ਤੁਹਾਨੂੰ ਵੀ ਕਿਸੇ ਦੇ ਉੱਤੇ ਸ਼ੱਕ ਨਹੀਂ ਹੈ? ਨਹੀਂ, ਅਸੀਂ ਕਿਸੇ ਦਾ ਸ਼ੱਕ ਨਹੀਂ ਹੈਗਾ, ਸਾਨੂੰ ਕਿਸੇ ਦਾ ਸ਼ੱਕ ਨਹੀਂ ਹੈਗਾ ਜੀ। ਪਛਾਣੀ ਸ਼ਕਲ ਲੱਗਦੀ, ਜੇ ਫੜਿਆ ਜਾਵੇ ਸਾਹਮਣੇ ਆਵੇ ਫਿਰ ਮੈਂ ਵੇਖ ਕੇ ਕਰ ਸਕਨੀ ਆ। ਉਹ ਚਿਹਰੇ ਉਹਨਾਂ ਦੇ ਸਹੀ ਸੀ, ਕੋਈ ਮਾਸਕ ਮੂਸ ਨਹੀਂ ਪਾਇਆ ਸੀ? ਸਮਝ ਨਹੀਂ ਆਉਂਦੇ, ਵੇਖਦੇ ਮੋਟਰਸਾਈਕਲ ਅਗਰ ਪਿੱਛੇ ਦਸਤੀ ਭੱਜ ਗਏ ਨੇ, ਸਮਝ ਨਹੀਂ ਆਉਂਦੇ, ਸਾਹਮਣੇ ਆਣ ਵੇਖ ਕੇ ਸ਼ਾਇਦ ਆ ਹੀ ਜਾਣ। ਉਂਝ ਨਹੀਂ, ਸਾਨੂੰ ਤਾਂ ਸਮਝ ਨਹੀਂ ਹੋਰ ਵੀ ਨਹੀਂ, ਜਦ ਚੈੱਕ ਕਰ ਲੈਣੇ ਤੇ ਉਹ ਵੀ ਅੱਗੋਂ ਸਾਨੂੰ ਧੁੰਦਲਾ ਨਜ਼ਰ ਆ ਮੋਟਰਸਾਈਕਲ ਦਾ, ਉਹਦੇ ਨੰਬਰ ਦੀ ਵੀ नहीं समझ लगी। नाजरीन, ये हमारे साथ मकतूल बुरहान की वालदा और वालिद मौजूद हैं। जिस वक्त ये अफसोसनाक वाकया पेश आया, बुरहान की वालदा वहाँ पर मौजूद थी। यहाँ पर आप देख सकते हैं कि इस वक्त भी इनके अजीज़ो कारिब और मोहल्लेदार यहाँ पर अफसोस के लिए मौजूद हैं और यहाँ पर काफ़ी ज़्यादा इनके घर पर रश है। हर कोई यहाँ पर बुरहान को जो वाकया पेश आया, गोलियां लगी हैं, उसके हवाले से ताज़ियत करने के लिए आ रहा है। पुलिस का ये बताना है कि अभी तक कुछ मालूम नहीं हो सका है कि मुल्जिमान कौन थे, क्या ऐसी वजह बनी कि उन्होंने बुरहान के ऊपर गोलियां चलाई और वहां से फरार हो गए। पुलिस का कहना है कि सीसीटीवी फुटेज हासिल की जा रही है, उसकी मदद से शनाख्त की जाएगी और फिर उन मुल्जिमान तक पहुंचा जाएगा। हम आपको इस केस के हवाले से मजीद भी आगाह रखेंगे। हमें इजाज़त दीजिए, खुदा हाफिज।